ਸੰਗ ਦੇ ਕਦੇ ਅੰਦਰ ਜਾਵੇ, ਰੱਬ ਦੀ ਬੰਦਗੀ ਯਾਦ ਪ੍ਰਭੂ ਦੀ ਹਿਰਦੇ ਅੰਦਰ ਦਿਲੋਂ ਤੇ ਆਵੇ। ਉਦਮ ਕਰੇ ਤੇ ਮਿੱਠਿਆਂ ਬੋਲੇ, ਸੱਚ ਧਰਮ ਦੀ ਕਾਰ ਕਮਾਵੇ। ਕਰੇ ਦਿਲੋਂ ਪਰਿਵਾਰ ਪਾਲਣਾ, ਵੰਡ ਕੇ ਛਕੇ ਤੇ ਰਲ ਕੇ ਖਾਵੇ। ਕਰੇ ਦਿਲੋਂ ਪਰਿਵਾਰ ਪਾਲਣਾ, ਵੰਡ ਕੇ ਛਕੇ ਤੇ ਰਲ ਕੇ ਖਾਵੇ। ਜੋ ਬੋਲੇ 100 ਨਿਰਭੈ, ਅਜ਼ਰ ਅਮਰ ਤ੍ਰਿਕਾਦਸ਼ੀ ਸ੍ਰਿਸ਼ਟੀ ਕਰਤਾ, ਹੋ ਵਾਲਮੀਕ ਦਇਆਵਾਨ ਹੈ ਜੀ ਕੀ ਜੈ। ਸਾਹਿਬੇ ਕਮਾਲ ਸਤਿਗੁਰੂ ਗਿਆਨ ਨਾਥ ਮਹਾਰਾਜ ਕੀ ਜੈ। ਸ਼ਬਦ ਗੁਰੂ ਕੀ ਜੈ। ਸਰਬਤ ਸਾਧ ਸੰਗਤ ਜੀ ਕੀ ਜੈ ਹੋਵੇ। ਸਤਿਨਾਮ। ਅਜ਼ਰ ਮਤਰ ਕਾਲਦਰਸ਼ੀ ਸ਼੍ਰੀ ਗੁਰੂ ਵਾਲਮੀਕ ਭਗਵਾਨ ਜੀ ਮਹਾਰਾਜ ਸਹਾਇ। ਸ਼ਬਦ ਗੁਰੂ ਮਹਾਰਾਜ ਸਭ ਜੀਵਾਂ ਦੇ ਦਾਤਾ ਜੀ ਅੰਗ ਸੰਗ ਸਹਾਈ ਹੋਣ। ਸੋ ਲਈਏ ਸਤਸੰਗ ਦੇ ਆਨੰਦ। ਸੰਗਤ ਜੀਓ ਆਨੰਦ ਲਈਏ ਸਤਸੰਗ ਦੇ ਆਪਾਂ ਵੀ। ਸੋ ਕਥਾ ਕਹਾਣੀ ਆਰੰਭ ਕਰਦੇ ਹਾਂ। ਦਾਤਾ ਜੀ ਕਿਰਪਾ ਕਰੇ ਸਭ ਜੀਵਾਂ ਦੇ ਅੰਗ ਸੰਗ ਸਹਾਈ ਹੋਵੇ ਤੇ ਗੁਰਾਂ ਦੇ ਗਿਆਨ ਨੂੰ, ਸੰਤਾਂ ਰਹਿਬਰਾਂ ਦੇ ਸੁਨੇਹਿਆਂ ਨੂੰ ਹਰ ਇੱਕ ਜੀਵ ਹਿਰਦੇ ਅੰਦਰ ਧਾਰਨ ਕਰ ਸਕੇ, ਕਮਾ ਸਕੇ, ਆਪਣੀ ਆਪ ਨਿਖਾਰ ਸਕੇ, ਸਵਾਰ ਸਕੇ, ਤਾਂ ਜੋ ਲੋਕ ਸੁਖੀ ਪ੍ਰਲੋਕ ਸੇਲੇ ਦਾ ਪਾਤਰ ਬਣ ਸਕੇ। ਗੁਰੂਆਂ ਦੀ ਸਿੱਖੀ ਨੂੰ ਧਾਰਨ ਕਰਕੇ, ਸੰਦੇਸ਼ ਨੂੰ ਧਾਰਨ ਕਰਕੇ, ਉਹ ਹੁਕਮਨਾਮੇ ਨੂੰ ਧਾਰਨ ਕਰਕੇ, ਉਹ ਗਿਆਨ ਨੂੰ ਧਾਰਨ ਕਰਕੇ, ਸੋ ਗਿਆਨ ਦੇ ਛੱਟੇ ਜੋ ਗੁਰਾਂ ਨੇ ਦਿੱਤੇ ਆ ਸਾਂਝੇ ਕਰਦੇ ਆ। ਸੋ ਕੱਲ੍ਹ ਦੀ ਕਥਾ ਕਹਾਣੀ 'ਤੇ ਆਉਂਦੇ ਹਾਂ ਕਿ ਸੰਤ ਲੋਕ ਗੁਰਦੇਵ ਮਹਾਤਮਾ ਬੁੱਧ ਜੀ ਆਪਣੇ ਬਿਕਸ਼ੂਆਂ ਨੂੰ ਸਿੱਖਿਆ ਦੇ ਰਹੇ ਹੈ, ਸਿੱਖ ਸੇਵਕਾਂ ਨੂੰ ਸਿੱਖਿਆ ਦੇ ਰਹੇ ਹੈ। ਕੀੜੀਆਂ ਤੋਂ ਗਿਆਨ ਲੈ ਰਹੇ ਹੈ ਤਾਂ ਗਿਆਨ ਸਾਂਝਾ ਕਰ ਰਹੇ ਹੈ ਕਿ ਪਿਆਰਿਓ, ਇਹ ਕੀੜੀਆਂ ਸਾਨੂੰ ਕੀ ਸਮਝਾ ਰਹੀਆਂ, ਕੀ ਗਿਆਨ ਦੇ ਰਹੀਆਂ, ਉਹ ਸਾਂਝਾ ਕਰ ਰਹੇ ਹੈ। ਕੱਲ੍ਹ ਦੀ ਕਥਾ ਕਹਾਣੀ ਵਿੱਚ ਜੋ ਕੀੜੀਆਂ ਨੇ ਸਾਨੂੰ ਗਿਆਨ ਦਿੱਤਾ, ਸੰਤਾਂ ਨੇ ਗਿਆਨ ਦਿੱਤਾ, ਕੀੜੀਆਂ ਤੋਂ ਗਿਆਨ ਲੈ ਕੇ, ਉਹ ਗਿਆਨ ਕਿਹੜਾ ਸੀ ਭਲਾ? ਕੱਲ੍ਹ ਕਿਸੇ ਵਿਸ਼ੇ 'ਤੇ ਗੱਲ ਹੋਈ ਹੈ, ਕੀੜੀਆਂ ਸਾਨੂੰ ਕੀ ਗਿਆਨ ਦੇ ਰਹੀਆਂ। ਸੋ ਕੱਲ੍ਹ ਮਹਾਤਮਾ ਜੀ ਸਮਝਾਉਣ ਲੱਗੇ ਕੀੜੀਆਂ ਸਾਨੂੰ ਕੀ ਗਿਆਨ ਦੇ ਰਹੀਆਂ। ਪਹਿਲਾਂ ਤਾਂ ਗੱਲ ਕੀਤੀ ਉਹਨਾਂ ਨੇ ਏਕਤਾ ਦੀ, ਗੱਲ ਕੀਤੀ ਏਕਤਾ ਦੀ। ਕੀੜੀਆਂ ਵਿੱਚ ਕਿੰਨੀ ਏਕਤਾ ਹੈ, ਸਾਂਝੀ ਵਾਲਤਾ ਹੈ,
ਭਾਈਚਾਰਾ ਹੈ, ਉਹ ਕਹਿੰਦੇ ਬੰਦੇ ਵਿੱਚ ਵੀ ਹੋਵੇ। ਆਨੰਦ ਹੈ, ਸੁੱਖ ਹੈ, ਬੰਦਾ ਹਾਰਦਾ ਹੀ ਨਹੀਂ। ਪਹਿਲਾ ਗਿਆਨ ਸਾਂਝਾ ਕੀਤਾ ਏਕਤਾ ਦਾ। ਉਹ ਏਕਤਾ ਦੀ ਗੱਲ ਤਾਂ ਗੁਰੂ ਰਹਿਬਰ ਵੀ ਕਰਦੇ ਆ, ਗੁਰੂ ਗਿਆਨਨਾਥ ਮਹਾਰਾਜ ਜੀ ਸਮਝਾਉਣਾ ਕਰਦੇ ਆ, ਏਕਤਾ ਰੱਖੋ ਭਾਈ। ਕਈ ਵਾਰ ਬਚਨ ਸਾਂਝੇ ਕੀਤੇ ਆ। ਅੱਗੇ ਆ ਕੇ ਮਿਹਨਤ ਕਹਿੰਦੇ ਕਰੋ, ਹਾਰਨਾ ਨਹੀਂ ਹੈ, ਮਿਹਨਤ ਕਰੋ। ਉਹ ਹਿੰਮਤ ਰੱਖਦੀ, ਹੌਸਲਾ ਰੱਖਦੀ। ਪਿਆਰੇ ਤੂੰ ਵੀ ਹੌਸਲਾ ਰੱਖ ਕੇ ਮਿਹਨਤ ਕਰ, ਤੂੰ ਵੀ ਨਾ ਹਾਰ ਮੰਨ। ਸੇ ਦੋ ਗਿਆਨ ਦੀਆਂ ਗੱਲਾਂ ਸਾਂਝੀਆਂ ਹੋਈਆਂ ਕਿ ਕੀੜੀ ਕਦੇ ਹਾਰਦੀ ਨਹੀਂ, ਮਿਹਨਤ ਕਰਦੀ ਰਹਿੰਦੀ, ਸੰਘਰਸ਼ ਕਰਦੀ ਰਹਿੰਦੀ ਹੈ ਤੇ ਮੰਜ਼ਿਲ ਪਾ ਜਾਂਦੀ ਹੈ। ਕਹਿੰਦੇ ਨਾ ਕਿ ਮਿਹਨਤ ਕਰਨੇ ਵਾਲੋਂ की कभी ਕੀ ਨਹੀਂ ਹੁੰਦੀ, ਹਾਰ ਨਹੀਂ ਹੁੰਦੀ। ਜੇ ਜੀਵਨ ਅੰਦਰ ਮਿਹਨਤ ਕਰਦੇ ਰਹਿੰਦੇ ਹੈ, ਲੈ ਵੀ ਹੁਣ ਸਫਲਤਾ ਨਹੀਂ ਮਿਲੀ, ਹੁਣ ਕਾਮਯਾਬੀ ਨਹੀਂ ਮਿਲੀ, ਚਲੋ ਫਿਰ ਮਿਹਨਤ ਕਰਦੇ ਹਾਂ, ਫਿਰ ਇੱਕ ਦਿਨ ਕਾਮਯਾਬੀ ਮਿਲੇਗੀ ਨਾ ਕਿਸੇ ਨਾ ਕਿਸੇ ਪਾਸੇ। ਮਿਹਨਤ ਕਰਦੇ ਰਹੇ, ਸੰਘਰਸ਼ ਕਰਦੇ, ਘਾਲਦੇ ਰਹਿੰਦੇ ਆ। ਅੱਜ ਮਿਲੇਗੀ, ਕੱਲ੍ਹ ਮਿਲੇਗੀ। मेहनत का फल तो मिलना ही है। सो मेहनत करने वालों कभी हार नहीं होती, किनारे पर बैठने वालों की नैया कभी पार नहीं होती। कि किनारे पर बैठा डिगदा रहे कि मैनू कोई पार कर देगा, वो तो जतन तेन मेहनत आप करनी पैनी, किसी ने तुहानू पार नहीं करना। ये दुनिया भी भव सागर है, तो भव सागर पार आप करना पैना है। और रब का आसरा लैके, नाम का आसरा लैके, नाम नू बेड़ी कश्ती बना के, जहाज बना के आप मेहनत आप करनी पैनी है। मेहनत करेगा पार उतारे कर लेगा। किनारे पर बैठा रहे कि हुण भी कोई आउंदा, हुण भी मैनू पार करे, तो ना हार जाएगा जिंदगी की बाजी। सो मेहनत करने वालों कभी हार नहीं होती, किनारे पर बैठने वालों की नैया कभी पार नहीं होती। वो पार उतारे आप करने पैने, मेहनत करनी पैनी है कि पार उतारे हो जाए। जे मैं आलस करके बैठा रहे कभी पार हो सकता नहीं। सो मेहनत है। मेहनत बारे गुरुआं ने भी समझाना किया। मेहनत बारे आदि कवि वाल्मीकि महाराज जी पहला समझाते हैं सब तो कि पुरुषार्थ ही देव है। बड़े गहरे विचार है। हम मेहनत ही है, हम मेहनत के संसारी पदार्थ इकट्ठे करने हैं, उधर ही मेहनत करनी पैनी है। संसारी सुख इकट्ठे करने हैं ना, कहते मेरा सुख कार दे विच है, चलो कार कमा ली। मेरा सुख उच्चे महलों में है, उच्चे महल भी कमा ले। मेरा सुख चंगे खाण में है, वो खाण भी कमा लिया। पीण में सुख है, पीण भी कमा लिया। चंगा सुख कहते पहरावे में है, पहरावे भी कमा लिया। धियां पुत्र भी कमा लिया। चलो रब के आसरे नाल ये सुख के कहते पदार्थ है, संसारी सुख है। तो संसारी सुख न कमाना है तो भी मेहनत करनी पैनी है। जे करतारी आनंद न कमाना है, परम सुख न कमाना है, वो परमानंद को कहते जीवन अंदर कमाना है ना, उधर ही मेहनत करनी पैनी है। दोनों पासे मेहनत है। संसारी सुख चाहते हो तो भी मेहनत है, जे करतारी आनंद चाहते हो, परमानंद चाहते हो, उधर भी मेहनत करनी पैनी, कठिन करनी पैनी है। कठिन मेहनत करके प्राप्ति होंगी। इस करके मेहनत कर, हार ना मन। कोई गल मुश्किल आउंदियां औंकड़ा आउंदियां पार कर, पार करेगा तो मंजिला पा लेगा। सो कीड़ी सन सिक्ख्या दे रही है कि मेहनत करते रहो, दिन रात करते रहो, क्योंकि मेहनत करने वालों कभी हार नहीं होती। डोलना नहीं है, थिरकना नहीं है, हौसला रखना, हिम्मत रखनी है, तुरे रहना। तुरदे मंजिल कहते मिल जाती है। सो मेहनत ही है। सो पहला एकता, फिर मेहनत। हम अगे आप साझा करते हैं जो संतां रहबरां ने ज्ञान बख्शिया है, उन्होंने बख्शिया भाई साडा कुछ नहीं है। जो बख्शिया रहबरां ने वो तुहाडे नाल साझा करते जा रहे हैं। बस इन्ना कि साडा कर्म है, जिन्नी कि मत बख्शी है उस अनुसार करते हैं।
ਹੁਣ ਅੱਗੇ ਹੁਣ ਕੀੜੀ ਤੋਂ ਗਿਆਨ ਲਿਆ ਸਾਂਝਾ ਕਰ ਰਹੇ ਆ। ਕਹਿੰਦੇ ਕੀੜੀਆਂ ਜਿੱਦਾਂ ਅੱਗੇ ਹੁਣ ਸਰਦੀ ਆਏਗੀ, ਗਰਮੀ ਦੀ ਰੁੱਤ ਹੈ, ਅਤੇ ਗਰਮੀ ਰੁੱਤ 'ਚ ਕੀੜੀਆਂ ਕੀ ਕਰਦੀਆਂ, ਭੰਡਾਰੇ ਇਕੱਠੇ ਕਰਦੀਆਂ ਆਪਣੇ ਆਉਣ ਵਾਲੇ ਭਵਿੱਖ ਬਾਰੇ। ਉਹ ਸੋਚਦੀਆਂ ਕਿ ਸਾਡਾ ਆਉਣ ਵਾਲਾ ਸਮਾਂ ਆਨੰਦਮਈ ਬਣ ਜਾਏ, ਆਉਣ ਵਾਲਾ ਸਮਾਂ ਸੁੱਖਾਂ ਵਾਲਾ ਹੋਵੇ, ਕੋਈ ਸੰਕਟ ਸਹਿਣਾ ਨਾ ਪਵੇ। ਉਹ ਤਿਆਰੀ ਕਰਦੀਆਂ ਪਹਿਲਾਂ ਆਉਣ ਵਾਲੇ ਸੁੱਖ ਲਈ, ਚੰਗੇ ਭਵਿੱਖ ਲਈ ਤਿਆਰੀ ਕਰਦੀਆਂ ਪਹਿਲਾਂ। ਹੁਣ ਗਰਮੀਆਂ ਵਿੱਚ ਕੀੜੀਆਂ ਦੇਖੋ, ਜੋ ਵੀ ਖਾਣ ਪੀਣ ਨੂੰ ਦਾਣਾ ਮਿਲਦਾ ਹੈ ਉਹ ਚੱਕਦੀਆਂ ਹੈ, ਧਰਤੀ ਅੰਦਰ ਲੈ ਜਾਂਦੀਆਂ, ਧਰਤੀ ਅੰਦਰ ਉਹ ਸੁਰਾਖ ਕਰਦੀਆਂ, ਧਰਤੀ ਅੰਦਰ ਘਰ ਬਣਾਉਂਦੀਆਂ ਆਪਣੀਆਂ। ਉਹ ਘਰ ਦੀਆਂ ਕੰਧਾਂ ਦੇਖਿਓ, ਹੁਣ ਫਰਸ਼ਾਂ ਵਿੱਚ ਛੇਕ ਕੀਤੇ ਹੁੰਦੇ, ਉੱਥੇ ਕੀੜੀਆਂ ਦਾ ਘਰ ਹੁੰਦਾ ਹੈ, ਕੰਧਾਂ ਵਿੱਚ ਹੀ ਕੀੜੀਆਂ ਵਸੀਆਂ ਹੁੰਦੀਆਂ, ਇੱਟਾਂ ਵਿੱਚ। ਕੀੜੀਆਂ ਕਰਦੀਆਂ ਕਿ ਦਾਣਾ ਜੋ ਵੀ ਖਾਣ ਪੀਣ ਨੂੰ ਮਿਲਦਾ ਉਹਨੂੰ ਇਕੱਠਾ ਚੱਕਦੀਆਂ, ਉਹ ਆਪਣੀ ਧਰਤੀ ਥੱਲੇ ਲਈ ਜਾਂਦੀਆਂ ਇਕੱਠਾ ਕਰਦੀਆਂ ਜਾ ਰਹੀਆਂ। ਗਰਮੀ ਰੁੱਤ ਉਹ ਇੱਦਾਂ ਹੀ ਕਰਦੀਆਂ। ਅਤੇ ਜਦੋਂ ਆਉਂਦਾ ਹੈ ਸਿਆਲ, ਅਤੇ ਸਿਆਲ ਵਿੱਚ ਕੀੜੀਆਂ ਸਾਨੂੰ ਬਹੁਤੀਆਂ ਨਜ਼ਰ ਨਹੀਂ ਆਉਂਦੀਆਂ। ਸਿਆਲ ਦੇ ਵਿੱਚ ਕੀੜੀਆਂ ਸਾਨੂੰ ਬਹੁਤੀਆਂ ਨਜ਼ਰ ਨਹੀਂ ਆਉਂਦੀਆਂ, ਕਿਉਂਕਿ ਉਹ ਸਰਦੀ ਤੋਂ ਬਚਣ ਵਾਸਤੇ ਧਰਤੀ ਦੇ ਥੱਲੇ ਚਲੇ ਜਾਂਦੀਆਂ, ਜਿੱਥੇ ਉਹਨੇ ਅੰਨ ਭੰਡਾਰੇ ਇਕੱਠੇ ਕੀਤੇ ਹੁੰਦੇ ਆ। ਉਸ ਜਿਨ੍ਹਾਂ 'ਚ ਸਰਦੀ ਹੈ ਉਹ ਖਾਂਦੇ ਆ, ਪੀਂਦੇ ਆ, ਅੰਦਰ ਹੀ ਆਪਣਾ ਸੰਸਾਰ ਚਲਾਉਂਦੇ ਆ, ਅੰਦਰ ਹੀ ਮਿਹਨਤਾਂ ਕਰਦੇ। ਫਿਰ ਅਤੇ ਬਾਹਰ ਉਦੋਂ ਆਉਂਦੇ ਜਦੋਂ ਫਿਰ ਦੁਬਾਰਾ ਗਰਮੀ ਆਉਂਦੀ ਹੈ, ਉਹ ਵੀ ਆਪਣੇ ਆਪ ਨੂੰ ਬਚਾਉਂਦੀਆਂ ਸਰਦੀ ਤੋਂ। ਸੋ ਕੀੜੀਆਂ ਕਹਿੰਦੇ ਭੰਡਾਰੇ ਇਕੱਠੇ ਕਰਦੇ ਆ, ਆਉਣ ਵਾਲਾ ਜੋ ਸਮਾਂ ਹੈ ਉਹਦੇ ਬਾਰੇ ਸੋਚਦੀਆਂ, ਆਉਣ ਵਾਲਾ ਸਮਾਂ ਚੰਗਾ ਕਹਿੰਦੇ ਹੋਏ। ਹੁਣ ਤੁਸੀਂ ਕੀ ਚਾਹੁੰਦੇ ਹੋ ਭਾਈ, ਤੁਹਾਡਾ ਸਮਾਂ ਜੋ ਆਉਣ ਵਾਲਾ ਕੱਲ੍ਹ ਹੈ ਜਾਂ ਆਉਣ ਵਾਲੇ ਹੋਰ 2 ਘੰਟੇ 4 ਘੰਟੇ ਹੈ, ਕਿੱਦਾਂ ਤੁਸੀਂ ਚਾਹੁੰਦੇ ਹੋ? ਜਿਹੜਾ ਆਉਣ ਵਾਲਾ ਸਮਾਂ ਤੁਹਾਡਾ ਹੈ, ਜਾਂ ਕੱਲ੍ਹ ਆ, ਪਰਸੋਂ ਆ, 10ਵਾਂ ਦਿਨ ਹੈ, ਆਉਣ ਵਾਲੇ 4 ਘੰਟੇ ਹੈ, ਆਪਦੇ ਕਿੱਦਾਂ ਦੇ ਹੋਣ? ਕੀ ਚਾਹੁੰਦੇ ਹੋ ਤੁਸੀਂ? ਚੰਗੇ ਹੋਣ ਜਾਂ ਮੰਦੇ ਹੋਣ? ਤੁਸੀਂ ਕਹੋਗੇ ਹਾਂ ਵੀ ਚੰਗੇ ਹੋਣ ਪਏ। ਹਰ ਕੋਈ ਬੰਦਾ ਇਹ ਕਹੇਗਾ ਕਿ ਆਉਣ ਵਾਲਾ ਸਮਾਂ ਮੇਰਾ ਚੰਗਾ ਹੋਵੇ, ਮੰਦਾ ਤਾਂ ਹੋਵੇ ਨਾ। ਜੇ ਬੰਦਿਆਂ ਚਾਹੁੰਦਾ ਹੈ ਕਿ ਆਉਣ ਵਾਲਾ ਸਮਾਂ, ਆਉਣ ਵਾਲੇ ਘੰਟੇ ਮੇਰੇ ਚੰਗੇ ਹੋਣ, ਉਹਦੇ ਵਾਸਤੇ ਤਿਆਰੀ ਤੈਨੂੰ ਪਹਿਲਾਂ ਕਰਨਾ ਹੀ ਪੈਣੀ ਹੈ। ਤਿਆਰੀ ਬਾਅਦ 'ਚ ਨਹੀਂ। ਮਿਹਨਤ ਤੂੰ ਨਾ ਕੋਈ ਕਰੇ, ਮੁਸ਼ੱਕਤ ਕੋਈ ਘਾਲੇ ਤੂੰ ਨਾ, ਪੁਰਸ਼ਾਰਥ ਤੂੰ ਨਾ ਕਰੇ, ਸੰਘਰਸ਼ ਤੂੰ ਨਾ ਕਰੇ, ਆਲਸ ਕਰਕੇ ਬੈਠਾ ਰਹੇ ਅਤੇ ਕਹੇ ਗੱਲ ਇਹ ਕਹੇ ਬਾਰ-ਬਾਰ ਕਿ ਆਉਣ ਵਾਲਾ ਸਮਾਂ ਮੇਰੇ ਲਈ ਚੰਗਾ ਹੋਵੇ। ਕਿੱਦਾਂ ਚੰਗਾ ਹੋਏਗਾ? ਆਉਣ ਵਾਲਾ ਸਮਾਂ ਚੰਗਾ ਤਾਂ ਹੀ ਹੋਣਾ ਨਾ ਜੇ ਚੰਗੇ ਸਮੇਂ ਬਾਅਦ ਤਿਆਰੀ ਪਹਿਲਾਂ ਕਰੇ ਤਾਂ। ਕਹਿੰਦੇ ਕੀੜੀਆਂ ਸਾਨੂੰ ਪਿਆਰੋ ਇਹ ਗਿਆਨ ਦੇ ਰਹੀਆਂ ਹੈ, ਭਾਈ ਆਉਣ ਵਾਲਾ ਸਮਾਂ ਤੁਹਾਡਾ ਚੰਗਾ ਹੋਵੇ, ਸੁਖਦਾਈ ਹੋਵੇ, ਉਹਦੇ ਵਾਸਤੇ ਤਿਆਰੀ ਪਹਿਲਾਂ ਕਰਨੀ ਪੈਣੀ ਹੈ। ਹੁਣ ਕੀੜੀਆਂ ਤਿਆਰੀ ਕਰਦੀਆਂ, ਜਿੰਨਾ ਚਿਰ ਠੰਡ ਰਹਿਣੀ ਹੈ, ਸਰਦੀ ਰਹਿਣੀ ਹੈ, ਧਰਤੀ ਅੰਦਰ ਛੁਪ ਕੇ ਰਹਿਣਾ ਪੈਣਾ ਹੈ। ਉੱਥੇ ਖਾਣ ਪੀਣ ਦੀ ਵੀ ਲੋੜ ਹੈ, ਅਤੇ ਖਾਣ ਪੀਣ ਦੇ ਭੰਡਾਰੇ ਉਹ ਪਹਿਲਾਂ ਇਕੱਠਿਆਂ ਕਰ ਲੈਂਦੀ ਹੈ, ਤਾਂ ਜੋ ਕੋਈ ਸੰਕਟ ਵਿਪਤਾ ਆਵੇ ਨਾ, ਕੋਈ ਮੁਸ਼ਕਿਲ ਕੋਈ ਆਵੇ ਨਾ। ਅੰਦਰ ਅਸੀਂ ਚੰਗਿਆਈਆਂ ਵਿੱਚ ਰਹਿ ਸਕੀਏ, ਆਨੰਦ ਵਿੱਚ ਰਹਿ ਸਕੀਏ, ਇਸ ਕਰਕੇ ਉਹ ਚੰਗਾ ਪਹਿਲੇ ਕਮਾਉਣਾ ਲੱਗ ਪੈਂਦੀਆਂ। ਆਉਣ ਵਾਲਾ ਸਮਾਂ ਚੰਗਾ ਹੋਵੇ, ਪਹਿਲਾਂ ਤਿਆਰੀਆਂ ਕਰਦੀਆਂ। ਅਤੇ ਅੱਜ ਦਾ ਬੰਦਾ ਦੇਖ ਲਓ ਕੀ ਕਰਦਾ, ਕਿ ਬੰਦੇ ਦੀ ਵੀ ਇਹ ਸਮਝ ਹੈ ਕਿ ਨਹੀਂ ਹੈ? ਕਿੱਡਾ ਵੱਡਾ ਗਿਆਨ ਸਾਨੂੰ ਇਹ ਕੀੜੀਆਂ ਦੇ ਰਹੀਆਂ, ਬਹੁਤ ਵੱਡਾ ਗਿਆਨ ਹੈ, ਛੋਟਾ ਨਹੀਂ ਹੈ। ਕਿ ਤੁਹਾਡਾ ਆਉਣ ਵਾਲਾ ਸਮਾਂ ਚੰਗਾ ਹੋਵੇ, ਆਉਣ ਵਾਲਾ ਭਵਿੱਖ, ਹੋਰ 2 ਘੰਟੇ ਆਉਣੇ ਚੰਗੇ ਹੋਣ, ਉਹਦੇ ਵਾਸਤੇ ਤਿਆਰੀ ਪਹਿਲਾਂ ਕਰਨੀ ਪੈਣੀ ਹੈ। ਤਿਆਰੀ ਪਹਿਲਾਂ ਕਰ। ਹੁਣ ਦੇਖੋ, ਜੇ ਕੋਈ ਬੰਦਾ ਅੰਮ੍ਰਿਤ ਵੇਲੇ ਉੱਠਦਾ ਹੈ, ਸੋ ਨਾਮ ਸਿਮਰਨ ਕਰਦਾ, ਭਜਨ ਕਰਦਾ ਹੈ, ਤਾਂ ਕੀ ਤਿਆਰੀ ਕਰ ਰਿਹਾ? ਤਿਆਰੀ ਕਿਸ ਚੀਜ਼ ਦੀ ਕਰ ਰਿਹਾ? ਜੇ ਕੋਈ ਅੰਮ੍ਰਿਤ ਵੇਲੇ ਉੱਠਿਆ, ਗੁਰਾਂ ਦੇ ਨਾਮ ਨੂੰ ਸਿਮਰਿਆ, ਗੁਰਾਂ ਦੇ ਨਾਮ ਦੇ ਨਾਲ ਵਿਚਾਰ ਕੀਤੀ, ਸ਼ਬਦ ਨਾਲ ਵਿਚਾਰ ਕੀਤੀ, ਜ਼ਿੰਦਗੀ ਨਾਲ ਵਿਚਾਰ ਕੀਤੀ,
ਜਿਹੜਾ ਆਉਂਦਾ ਬਾਣੀ ਉਹਦੇ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ। ਕਹਿੰਦੇ ਅੰਮ੍ਰਿਤ ਵੇਲੇ ਉੱਠ, ਅੰਮ੍ਰਿਤ ਵੇਲੇ ਸਾਂਭ, ਉਹਦੇ ਨਾਮ ਦੀ ਕਮਾਈ ਕਰ, ਨਾਮ ਨੂੰ ਵਿਚਾਰ ਕਰ, ਜੀਵਨ ਨਾਲ ਵਿਚਾਰ ਕਰ। ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਠ ਕੇ ਕਾਰਜ ਕਰਦਾ ਤਾਂ ਕੀ ਕਰ ਰਿਹਾ ਹੈ? ਆਉਣ ਵਾਲੇ ਸਮੇਂ ਦੀ ਤਿਆਰੀ ਕਰੇਗਾ, ਆਉਣ ਵਾਲਾ ਸਮਾਂ ਚੰਗਾ ਹੋਵੇ, ਆਨੰਦਮਈ ਹੋਵੇ। ਜਿੱਥੇ ਉਹਦਾ ਨਾਮ ਸਿਮਰਨ ਹੋਵੇ, ਵਿਚਾਰ ਹੋਵੇ, ਨਾਮ ਨਾਲ ਵਿਚਾਰ ਹੋਵੇ, ਤਾਂ ਆਉਣ ਵਾਲਾ ਸਮਾਂ ਜਿਹੜਾ ਚੰਗਾ ਹੋਵੇ ਤਾਂ ਕਿੱਦਾਂ ਨਾ ਹੋਵੇ। ਕਹਿੰਦੇ ਸਾਵੇ ਹੱਥ ਵਡਿਆਈਆਂ ਜਿਸ ਭਾਵੇ ਸੋ ਦੇਵੇ। ਹੁਣ ਕਹਿੰਦੇ ਚੰਗਿਆਈਆਂ ਕਹਿੰਦੇ ਰੱਬ ਦੇ ਹੱਥ ਵਿੱਚ ਹੈ। ਚੰਗਿਆਈਆਂ ਕਹਿੰਦੇ ਰੱਬ ਦੇ ਹੱਥ ਵਿੱਚ ਹੈ। ਜੇ ਰੱਬ ਨੂੰ ਚੇਤੇ ਕਰੀਏ ਤਾਂ ਉਹਦਾ ਚੰਗਾ ਕਰੇਗਾ ਕਿ ਕਿੱਦਾਂ ਨਹੀਂ ਕਰੇਗਾ? ਚੰਗਾ ਕਰੇਗਾ ਨਾ ਉਹ। ਜੇ ਅੰਮ੍ਰਿਤ ਵੇਲੇ ਨੂੰ ਵਿਚਾਰ ਕਰੀਏ, ਨਾਮ ਦੇ ਵਿਚਾਰ ਕਰੀਏ, ਸ਼ਬਦ ਵਿਚਾਰ ਕਰੀਏ, ਸਾਹਮਣਾ ਕਰੀਏ, ਭਗਤ ਕਰੀਏ, ਸਿਮਰਨ ਕਰੀਏ, ਅੰਮ੍ਰਿਤ ਵੇਲੇ ਉੱਠ ਕੇ ਤਿਆਰੀ ਪਹਿਲਾਂ, ਇਹ ਤਿਆਰੀ ਹੈ, ਇਹਨੂੰ ਤਿਆਰੀ ਕਹਿੰਦੇ। ਹੋਰ ਕਿਹੜੀ ਤਿਆਰੀ ਹੈ? ਹੁਣ ਸੁੱਖ ਵਾਸਤੇ, ਆਨੰਦ ਵਾਸਤੇ ਤਿਆਰੀ ਬੰਦਾ ਪਹਿਲਾਂ ਕਰ ਲੈ ਤੇ ਬਾਅਦ 'ਚ ਚੰਗਿਆਈਆਂ ਇਕੱਠੀਆਂ ਕਰੇਗਾ, ਬਾਅਦ 'ਚ ਆਨੰਦ ਹੀ ਇਕੱਠਾ ਕਰੇਗਾ। ਚੰਗਿਆਈਆਂ ਕਹਿੰਦੇ ਉਹਦੇ ਹੱਥ ਵਿੱਚ ਹੈ, ਉਹ ਸਭ ਨੂੰ ਬਖਸ਼ਿਸ਼ ਕਰਦਾ ਹੈ। ਅਤੇ ਚੰਗਿਆਈਆਂ ਲੈਣ ਵਾਸਤੇ ਬੰਦੇ ਨੂੰ ਕਰਮ ਕਰਨਾ ਪੈਣਾ ਹੈ। ਦਿੰਦਾ ਸਾਰਿਆਂ ਨੂੰ ਹੈ, ਪਰ ਸਾਨੂੰ ਤਿਆਰੀ ਕਰਨੀ ਪੈਣੀ। ਉਹ ਤਾਂ ਤਿਆਰ ਹੀ ਹਰ ਵੇਲੇ ਹੀ ਤਿਆਰ ਹੈ। ਜੇ ਕੋਈ ਸੈਨਿਕ ਹੁੰਦਾ ਬਾਰਡਰ 'ਤੇ ਬੈਠਾ ਹੈ, ਪਰ ਕਿੱਧਰੋਂ ਕਹਿੰਦੇ ਹਮਲਾ ਹੋ ਜਾਣਾ, ਉਹ ਹਰ ਵੇਲੇ ਤਿਆਰ ਰਹਿੰਦਾ, ਚਤੰਨ ਰਹਿੰਦਾ ਹੈ। ਜਿੱਦਣ ਕਰ ਲਈ ਢਿੱਲ ਉਦੋਂ ਨਾਲ ਹੀ ਖਤਮ, ਲੈ ਵੀ ਸ਼ਹੀਦ ਹੋ ਗਿਆ। ਇੱਕ ਸੈਨਿਕ, ਇੱਕ ਫੌਜੀ ਹਰ ਵੇਲੇ ਚੇਤੰਨ ਰਹਿੰਦਾ ਹੈ, ਤਿਆਰ ਰਹਿੰਦਾ। ਗੁਰੂ ਦਾ ਸਿੱਖ ਵੀ ਹਰ ਵੇਲੇ ਚੇਤੰਨ ਹੀ ਰਹਿੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਪਿਆਰਿਆ ਹਰ ਵੇਲੇ ਚੇਤੰਨ ਰਹਿਣਾ ਹੈ, ਸੌਣਾ ਹੈ ਤਾਂ ਵੀ ਸਾਵਧਾਨ ਹੋ ਕੇ। ਅੱਗੇ ਨੂੰ ਇੱਦਾਂ ਪਤਾ ਲੱਗੇ ਕਿ ਹਾਂ ਵੀ ਸੁੱਤਾ ਨਹੀਂ, ਜਾਗਦਾ ਹੀ ਹੈ। ਇੰਨੀ ਸਾਵਧਾਨੀ 'ਚ ਤੂੰ ਸੌਣਾ ਹੈ, ਹਰ ਵੇਲੇ ਚੇਤੰਨ ਰਹਿਣਾ, ਸਾਵਧਾਨ ਰਹਿਣਾ। ਤੋ ਸਾਵਧਾਨੀ ਤਿਆਰੀ ਜਿਹੜੀ ਪਹਿਲਾਂ ਹੈ। ਨਾਮ ਸਿਮਰਨ ਕੀਤਾ, ਅੰਮ੍ਰਿਤ ਵੇਲੇ ਉੱਠੇ, ਉਹ ਕੀ ਆਪਾਂ ਕਰ ਰਹੇ ਹਾਂ? ਚੰਗਿਆਈਆਂ ਦੀ ਤਿਆਰੀ ਕਰ ਰਹੇ। ਕੌਣ ਭਵਿੱਖ ਜਿਹੜਾ ਸਾਡਾ ਚੰਗਾ ਹੋਵੇ, ਸੁਖਮਈ, ਆਨੰਦਮਈ ਹੋਵੇ। ਜਿੱਥੇ ਉਹਨੂੰ ਸਿਮਰਿਆ ਜਾਵੇ ਉੱਥੇ ਚੰਗਿਆਈਆਂ ਹੋਣ ਨਾ ਕਿੱਦਾਂ ਹੋਣ। ਉਹ ਚੰਗਿਆਈਆਂ ਫਿਰ ਉਹਨਾਂ ਨੂੰ ਬਖਸ਼ਿਸ਼ ਕਰਦਾ ਜੋ ਪਹਿਲਾਂ ਤਿਆਰੀ ਕਰਦੇ ਆ। ਕਿਹੜੀਆਂ ਤਿਆਰੀ ਕਰ ਰਹੀਆਂ? ਬੰਦੇ ਤੂੰ ਵੀ ਤਿਆਰੀ ਕਰ। ਉਹ ਕਹਿੰਦੀ ਸਾਡਾ ਆਉਣ ਵਾਲਾ ਸਮਾਂ ਚੰਗਾ ਹੋਵੇ, ਤੂੰ ਵੀ ਐਸਾ ਕਰਮ ਕਰ ਕਿ ਤੇਰਾ ਆਉਣ ਵਾਲਾ ਭਵਿੱਖ ਵੀ ਚੰਗਾ ਹੋਵੇ। ਤੂੰ ਵੀ ਇਹ ਤਿਆਰੀ ਕਰ, ਚੰਗਿਆਈਆਂ ਕਰ। ਚੰਗਿਆਈਆਂ ਅੱਜ ਕਰੇਗਾ ਤੇ ਕੱਲ੍ਹ ਤੈਨੂੰ ਚੰਗਿਆਈਆਂ ਹੀ ਪ੍ਰਾਪਤ ਹੋਣਗੀਆਂ, ਬੁਰਾਈਆਂ ਪ੍ਰਾਪਤ ਨਹੀਂ ਹੁੰਦੀਆਂ। ਜੇ ਅੱਜ ਤੂੰ ਬੁਰਾ ਕਰੇਗਾ ਤੇ ਕੱਲ੍ਹ ਨੂੰ ਬੁਰਾ ਤਾਂ ਹੋਣਾ ਹੀ ਹੋਣਾ, ਕੋਈ ਰੋਕ ਹੀ ਨਹੀਂ ਸਕਦਾ। ਸਾਰੇ ਸਮਝਦਾਰ ਹੈ, ਹਰ ਇੱਕ ਨੂੰ ਸਮਝ ਹੈ ਕਿ ਅੱਜ ਮੈਂ ਬੁਰਾ ਕਰਦਾ ਨਾ ਤੇ ਕੱਲ੍ਹ ਨੂੰ ਮਰਨਾ ਬੁਰਾ ਹੋਣਾ ਹੀ ਹੋਣਾ। ਇਹ ਸਾਰਿਆਂ ਨੂੰ ਸਮਝ ਹੈ। ਜੇ ਅੱਜ ਚੰਗਾ ਕਰਦੇ ਆ ਤੇ ਕੱਲ੍ਹ ਨੂੰ ਚੰਗਾ ਹੋਣਾ ਹੀ ਹੋਣਾ। ਸੋ ਤਿਆਰੀ ਇੱਥੇ ਪਹਿਲਾਂ ਹੈ। ਬੁਰਾਈਆਂ ਇਕੱਠੀਆਂ ਕਰਨੀਆਂ ਉਹਦੀ ਬੰਦਾ ਤਿਆਰੀ ਕਰਦਾ, ਚੰਗਿਆਈਆਂ ਇਕੱਠੀਆਂ ਕਰਨੀਆਂ ਉਹਦੀ ਬੰਦਾ ਤਿਆਰੀ ਪਹਿਲਾਂ ਕਰਦਾ। ਸੋ ਕੀੜੀਆਂ ਸਾਨੂੰ ਕਹਿੰਦੇ ਗਿਆਨ ਦੇ ਰਹੀਆਂ। ਬੰਦਾ ਨਾਮ ਸਿਮਰਨ ਕਰਦਾ, ਅੰਮ੍ਰਿਤ ਵੇਲਾ ਕਰਦਾ ਹੈ, ਉਹ ਤਿਆਰੀ ਕਰ ਰਿਹਾ ਹੈ ਸੁੱਖ ਦੀ, ਆਨੰਦ ਦੀ। ਹੁਣ ਜੇ ਕੋਈ ਬੰਦਾ ਉੱਠਦਾ ਹੈ, ਉਹ ਸੈਰ ਨੂੰ ਜਾਂਦਾ ਹੈ, ਕਸਰਤ ਨੂੰ ਜਾਂਦਾ ਹੈ, ਯੋਗ ਆਸਨ ਕਰਦਾ ਹੈ, ਉਹ ਕੀ ਕਰ ਰਿਹਾ? ਕਿਸ ਚੀਜ਼ ਦੀ ਤਿਆਰੀ ਕਰ ਰਿਹਾ? ਕਿ ਮੇਰੇ ਜੀਵਨ ਵਿੱਚ ਕੋਈ ਦੁੱਖ ਨਾ ਆਵੇ, ਕੋਈ ਬਿਮਾਰੀ ਨਾ ਆਵੇ। ਉਹ ਤੰਦਰੁਸਤੀ ਦੀ ਕੀ ਕਰ ਰਿਹਾ? ਤਿਆਰੀ ਕਰ ਰਿਹਾ। ਤਿਆਰੀ ਪਹਿਲਾਂ ਹੈ। ਇਹ ਨਹੀਂ ਬਿਮਾਰੀ ਲੱਗ ਗਈ ਹੈ ਫਿਰ ਮੈਂ ਸੈਰ ਨੂੰ ਜਾਵਾਂ, ਢਿੱਡ ਬਾਹਰ ਨਿਕਲ ਆਇਆ ਅਤੇ ਹੁਣ ਮੈਂ ਸੈਰ ਨੂੰ ਜਾਵਾਂ। ਇੱਦਾਂ ਤਾਂ ਨਹੀਂ ਕੰਮ ਬਣਨਾ। ਕਈਆਂ ਸਿਹਤ ਦੇ ਫੁੱਲ ਜਾਂਦੀ ਹੈ, ਗੁਬਾਰੇ ਦੇ ਵਾਂਗ ਢਿੱਡ ਬਾਹਰ ਨਿਕਲ ਆਉਂਦੇ ਹੈ, ਫਿਰ ਜਾਂਦੇ ਸੈਰ ਕਰਨ ਨੂੰ। ਲੈ ਵੀ ਹੁਣ ਸੈਰ ਕਥਾ ਕਰ ਰਹੀ ਹੈ, ਯੋਗ ਆਸਨ ਕਰ ਲਈ, ਕਸਰਤ ਕਰ ਲਈ ਹੈ। ਜੇ ਉਹੀ ਤਿਆਰੀ ਤੋਂ ਪਹਿਲਾਂ ਕਰਦਾ ਤਾਂ ਢਿੱਡ ਬਾਹਰ ਆਉਂਦਾ ਹੀ ਨਾ। ਕਿਉਂਕਿ ਵਾਧੂ ਜਿਹੜਾ ਢਿੱਡ ਹੁੰਦਾ ਬਿਮਾਰੀਆਂ ਦਾ ਘਰ ਹੁੰਦਾ ਹੈ। ਉਹ ਜਿਵੇਂ ਪੇਟ ਬਾਹਰ ਆ ਜਾਂਦਾ, ਸਰੀਰ ਫੁੱਲ ਜਾਂਦਾ ਹੈ, ਸਮਝ ਬਿਮਾਰੀਆਂ ਦਾ ਘਰ ਹੈ ਬੰਦਾ। ਉਹ ਬਿਮਾਰੀਆਂ ਲਾਗੇ ਨਾ ਆਉਣ, ਇਹਦੀ ਤਿਆਰੀ ਤੈਨੂੰ ਪਹਿਲਾਂ ਕਰਨੀ ਪੈਣੀ। ਯੋਗ ਆਸਨ, ਕਸਰਤ, ਖਾਣਾ ਪੀਣਾ ਤੈਨੂੰ ਧਿਆਨ 'ਚ ਰੱਖਣਾ ਪੈਣਾ ਹੈ। ਹੁਣ ਕਹਿੰਦੇ ਡਾਕਟਰ ਲੋਕ ਬੰਦੇ 30 ਸਾਲ ਦੀ ਹੋ ਗਈ ਨਾ ਉਮਰ, ਜੋ ਤਲੇ ਹੋਏ ਪਦਾਰਥ ਹੈ ਬੰਦ ਕਰ ਦੇਣੀ ਚਾਹੀਦੀ ਹੈ। ਜਿਵੇਂ ਮਿੱਠਾ ਖਾਣ ਦੀ ਆਦਤ ਹੈ, ਮਿੱਠਾ ਬੰਦ ਕਰ ਦੇਣਾ ਚਾਹੀਦਾ ਹੈ। ਇਹ ਚਾਹ ਪਿਆਲੇ ਬੰਦ ਕਰ ਦੇਣੇ ਚਾਹੀਦੇ ਹੈ। ਨਸ਼ੇ ਵਿਕਾਰ ਬੰਦ ਕਰ ਦੇਣੇ ਚਾਹੀਦੇ। ਜਦੋਂ ਬੰਦੇ 30 ਸਾਲ ਦੀ ਉਮਰ ਹੋ ਜਾਂਦੀ ਹੈ,
20 साल की 25 साल की है, भावें तो पत्थर खा ला वो भी तेरे पच जाने हैं, पर 30 साल की उम्र तो उपर चीज़ां पचन के लायक नहीं बंदा रह जाता। सो इस करके बंदा करता कि अमृत वेले उठता है, खुली हवा जाता है, कसरत करता है, जिम करता है, योग आसन करता है, तैयारी करता है तंदुरुस्ती की कि मेरा शरीर तंदुरुस्त रहे, फिट रहे, ये मांसपेशियाँ मजबूत रहन, वो तैयारी करता है। ये ज्ञान सानूं कित्थों मिलता है? कीड़ियाँ तो। आने वाला समा तंदुरुस्ती वाला होवे, इस करके प्यारे तैयारी पहला कर। तू अज योगा आसन कर, अज कसरत कर, सवेरे ही उठ जाके लंबी दौड़ लगा के या वो आसन कर लै, बाहर नहीं जाना, घर ही कोई आसन कर लै। योग आसन बहुत है, बड़े ढंग तरीके है देह नूं चंगा रखने वास्ते। सो तैयारी पहला है। हुण बंदा इत्थे समझे ज्ञान लवे कीड़ियां तो, हाँ भी मैं तैयारी की कर रहा है, ये धंधा ही सारा उल्ट है। बंदा की खांदा है, की पींदा है, ये नहीं सोचता, वो कहता जी का स्वाद देखना है बस। खा नहीं देता, पी नहीं देता, जी देता स्वाद। तो आने वाले समय होंदा की है? बीमारियां। खाण पीण वाले आप ध्यान कर लो, बंदा देखो एडा समझदार है, इन्ना ज्ञान बख्शिया रब नूं, पर कीड़ियां वाल देख के भी उन्हें ज्ञान नहीं आता। कीड़ियां चंगे भविख लई तैयारी करदियां, सुख वास्ते तैयारियां करदे, बंदे तू भी तैयारी कर। हुण जिहड़ा बंदा देखो नशियां विकारां नाल जुड़िया है, विकार जिहड़े काम क्रोध लोभ हंकार, ये विकार च आ जाते हैं, ये आउंदे विकारां च। कईयां क्रोध आउंदा है, कोई काम वासना विच है, कोई लोभ लालच विच है, तो बंदा की करता है? चंगे भविख की तैयारी करे कि बुराइयां तैयारी करता बंदा? जिन्हां चीज़ां विच है वो बुराइयां की तैयारी कर रहा है, चंगे भविख की तैयारी नहीं करता। हुण बंदा नशे प्याले पींदा है, वो की करता है? समझदार बंदा बने, जो नशे प्याले पींदा है की करता है? कि वो चंगे भविख की तैयारी कर रहा है? बिल्कुल नहीं। जे चंगा भविख आपदा होवे, चंगी देह होवे, तंदुरुस्ती होवे, उहदे वास्ते तैनूं ये कार्य नहीं करना पैना, ये नशे प्याले तो छड्डने पैने हैं, चंगा आहार लेना पैना है, चंगी खुराक लैनी पैनी है। क्योंकि अज बंदा शराब पींदा है, दारू पींदा है, सिगरटा पींदा है, आने वाले समय की होंदा है? बीमारियां, बड़ियां भयानक बीमारियां होंदियां आने वाले समय च। जवानी में तो कोई खबर नहीं लगती, खून च पूरे तत्त होंदे है, जो खून हौली हौली डिम होंदा जांदा ना, पावर घटती जाती है, फिर बंदा पैंदा मंजे पर, फिर पछताउंदा है, फिर पछताउंदा कि हाँ भी मैं की कीता है। फिर होर नाल समझाउंदा है भाई तुसीं ये नशे प्यालियां दे लागे ना आयो, होर नाल फिर समझाउंदा है। तो पहला आप समझिया नहीं, पहला आप नहीं समझिया, हम मंजे ते पिया होर नाल समझाउंदा है कि बीमारियां आ जांदियां नशियां दे नाल, मतलब विकार भी नशा जाग करता है, मंदे कर्म भी नशा जाग कर लेंदा है। वही बंदा हम की कर रहा है? किस चीज़ की तैयारी कर रहा है? अपने आप बदनाम करने दी, अपने आप को बीमारियां का घर बनाने लई। तैयारी गलत है, तैयारी सीधी सादी गलत है। कीड़ियां अनभुटारे इकट्ठे कर दियां हैं, वो चंगे भविख की तैयारी कर रही हैं कि प्यारे असी ये तैयारी कर रही हैं, चंगा भविख होवे, चंगा समा होवे, तू भी चंगियाइयां चाहुंदा, चंगियाइयां तो तैयारी पहला कर, तो चंगी चंगी तैयारी कर। हम नशे प्याले पीने चंगा काम सोरी है, हर कोई जानता है, समझदार जिहड़ा पींदा खांदा वो भी कहता कि माड़ा कर्म, पर नहीं रहा होंदा। जिहड़ा खांदा पींदा वो तैयारी की कर रहा है? बीमारियां तैयारी करेगा। हुण मैं अगले समय में आना की है, झोली च की पैना? बीमारियां पैणियां, दुख पैने, कष्ट पैने हैं, मैनू भी कष्ट आने हैं, तो मेरे परिवार को भी कष्ट सहने पैने हैं, क्योंकि तैयारी गलत है। सो ये ज्ञान कहते कितना वड्डा देखो ज्ञान है, सानूं कीड़ियां दे रही हैं। महात्मा जी कहते भाई सुख चाहुंदे हो, आनंद चाहुंदे हो, आने वाला समा चंगा होवे, ये कीड़ियां तो सिख, ये तैयारी चंगी कर।
ਤਿਆਰੀ ਚੰਗੀ ਕਰ। ਆਉਣ ਵਾਲੇ ਸਮੇਂ 'ਚ ਤੂੰ ਮਾਣ ਚਾਹੁੰਦਾ, ਇੱਜ਼ਤਾਂ ਚਾਹੁੰਦਾ, ਵਡਿਆਈਆਂ ਚਾਹੁੰਦਾ ਹੈ, ਤੂੰ ਤਿਆਰੀ ਪਹਿਲਾਂ ਕਰ। ਇਹੋ ਜਿਹੇ ਕਰਮ ਕਰ ਕਿ ਤੈਨੂੰ ਮਾਣ ਮਿਲੇ, ਸਨਮਾਨ ਮਿਲੇ, ਵਡਿਆਈਆਂ ਦਾ ਪਾਤਰ ਬਣੇ। ਤੂੰ ਤਿਆਰੀ ਪਹਿਲਾਂ ਕਰ, ਕਿਉਂਕਿ ਤਿਆਰੀ ਪਹਿਲਾਂ ਕਰਨੀ ਪੈਣੀ ਹੈ। ਕੀੜੀਆਂ ਤਿਆਰੀ ਕਰਦੀਆਂ, ਤੂੰ ਵੀ ਤਿਆਰੀ ਕਰ। ਇਹ ਗਿਆਨ ਸਾਨੂੰ ਕੀੜੀਆਂ ਦਿੰਦੀਆਂ। ਇਹ ਹੋ ਗਿਆ ਤੀਸਰਾ। ਹੁਣ ਅੱਗੇ ਦੇਖੋ, ਅਗਲਾ ਗਿਆਨ ਮਹਾਤਮਾ ਨੇ ਸਾਂਝਾ ਕੀਤਾ। ਕੀੜੀਆਂ ਦੇਖੋ ਕਿ ਮਿੱਠਾ ਹੈ ਕਿ ਨਮਕੀਨ ਹੈ, ਜਿੱਥੇ ਰੱਖ ਦੋ ਪਹੁੰਚਣਗੀਆਂ ਉੱਥੇ। ਹੁਣ ਇੱਦਾਂ ਹੀ ਕੀ ਹੋਇਆ, ਹੁਣ ਸਾਡੇ ਬੱਚੇ ਹੈ, ਉਹ ਮਿੱਠਾ ਹੋਵੇ ਜਾਂ ਨਮਕੀਨ ਹੋਵੇ, ਬਾਹਰੋਂ ਲੈ ਕੇ ਆਈਆਂ ਦੁਕਾਨ ਤੋਂ, ਚੱਲ ਲੈ ਵੀ ਸਵੇਰੇ ਚਾਹ ਦੇ ਨਾਲ ਖਾ ਲੈਣਗੇ। ਘਰ ਦੇ ਕਰਦੇ ਆ, ਸ਼ਾਮਾਂ ਨੂੰ ਕੋਈ ਖਾਣ ਪੀਣ ਲਈ ਚਾਹ ਵਾਸਤੇ ਲੈ ਆਉਂਦੇ ਆ। ਜੇ ਬੱਚਿਆਂ ਦੀ ਨਜ਼ਰੀ ਪੈ ਗਿਆ, ਉਹ ਇਹ ਨਹੀਂ ਕਿ ਹਾਂ ਵੀ ਸਵੇਰ ਵਾਸਤੇ ਬਚ ਜਾਏਗਾ, ਤਾਂ ਨਹੀਂ, ਬਿਲਕੁਲ ਨਹੀਂ। ਜੇ ਨਜ਼ਰੀ ਪੈ ਗਿਆ ਨਾ, ਉਹ ਰਾਤੋਂ ਰਾਤ ਹੀ ਖਤਮ। ਜੇਕਰ ਘਰਦਿਆਂ ਨੇ ਕੀਤਾ ਕੀ ਹੈ, ਦੁਕਾਨ ਤੋਂ ਨਮਕੀਨ ਅਤੇ ਮਟਰੀ ਲੈ ਕੇ ਆਏ, ਭੁਜੀਆ ਨਮਕੀਨ ਮਟਰੀ ਲੈ ਕੇ ਆਏ, ਹੁਣ ਬੱਚਿਆਂ ਦੀ ਨਜ਼ਰੀ ਨਾ ਪਵੇ। ਜੇ ਨਜ਼ਰੀ ਪੈ ਗਿਆ, ਖਤਮ। ਸਵੇਰੇ ਖਾਲੀ ਚਾਹ ਪੀਣਗੇ। ਹੁਣ ਖਾਲੀ ਚਾਹ ਪੀਣੀ ਸਵੇਰ ਟਾਈਮ ਨਾ, ਜ਼ਹਿਰ ਨੂੰ ਪੀਣਾ ਹੈ। ਜੇ ਸਵੇਰੇ ਚਾਹ ਪੀਣੀ ਹੈ ਨਾ, ਕਦੇ ਖਾਲੀ ਪੇਟ ਨਾ ਪੀਵੋ, ਕੁਝ ਖਾਵੋ, ਇਹ ਤੁਸੀਂ ਪੀ ਸਕਦੇ ਹੋ। ਹੁਣ ਇੱਦਾਂ ਹੀ ਬੱਚਿਆਂ ਦੀ ਨਜ਼ਰਾਂ ਤੋਂ ਬਚ ਸਕੇ ਉਹ ਮਸਾਲਾ ਖਾਣ ਦੇ ਪਦਾਰਥ। ਘਰਦਿਆਂ ਨੇ ਕੀਤਾ ਕਿ ਉਹ ਲਿਫਾਫਾ ਚੱਕ ਕੇ ਨਾ ਪਦਾਰਥ ਵਾਲਾ, ਉਹ ਰੱਖਤਾ ਕੱਪੜਿਆਂ ਦੀ ਅਲਮਾਰੀ 'ਚ, ਕੱਪੜਿਆਂ ਥੱਲੇ ਰੱਖ ਦਿੱਤਾ। ਹੁਣ ਆਪਾਂ ਚਲੋ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਕੱਪੜੇ ਪਾਉਣ ਲੱਗੇ, ਕੱਪੜੇ ਕੱਢੇ ਅਲਮਾਰੀ ਵਿੱਚੋਂ, ਅਤੇ ਦੇਖਿਆ ਕਿ ਇਹ ਲਾਈਟ ਜਗਾਈ, ਦੇਖਿਆ ਕਿ ਕੀੜੀਆਂ ਦੀ ਲਾਈਨ ਅਲਮਾਰੀ ਅੰਦਰ ਜਾ ਰਹੀ ਹੈ। ਕੀੜੀਆਂ ਦਾ ਕਾਫਲਾ ਲੈਣ ਅਲਮਾਰੀ ਇੱਕ ਜਾ ਰਹੀ, ਇੱਕ ਆ ਰਹੀ ਹੈ। ਸੋਚੇ ਕਿ ਹਾਂ ਵੀ ਕੋਈ ਨਾ ਕੋਈ ਖਾਣ ਵਾਲਾ ਪਦਾਰਥ ਤਾਂ ਪਿਆ ਹੋਏਗਾ, ਜਾਂ ਮਿੱਠਾ ਜਾਂ ਨਮਕੀਨ, ਦੋਨਾਂ 'ਚ ਇੱਕ ਤਾਂ ਹੋਣਾ ਹੀ ਹੈ। ਜਾਂ ਮਿੱਠਾ ਹੋਏਗਾ ਜਾਂ ਨਮਕੀਨ ਹੋਏਗਾ। ਜਦੋਂ ਕੱਪੜਾ ਚੱਕਿਆ, ਦੇਖਿਆ ਥੱਲੇ ਲਿਫਾਫਾ ਪਿਆ, ਪੂਰਾ ਕੀੜੀਆਂ ਨਾਲ ਭਰਿਆ ਪਿਆ, ਵਿੱਚ ਮਟਰੀ ਸੀ ਅਤੇ ਭੁਜੀਆ ਸੀ। ਸੋਚੇ ਕਿ ਹਾਂ ਬੱਚਿਆਂ ਦੀ ਨਜ਼ਰ ਤੋਂ ਬਚਾਉਣ ਵਾਸਤੇ ਰੱਖਿਆ ਹੋਏਗਾ ਕਿ ਸਵੇਰੇ ਚਾਹ ਨਾ ਖਾਣਗੇ। ਫਿਰ ਆਪਾਂ ਲਿਫਾਫਾ ਚੁੱਕ ਕੇ ਥੋੜ੍ਹਾ ਝਾੜਿਆ, ਦਰਵਾਜ਼ੇ ਕਿਲੀ ਨਾਲ ਟੰਗ ਦਿੱਤਾ, ਜਿੱਥੇ ਪਹੁੰਚੀ ਨਾ ਹੋ, ਹਵਾ 'ਚ ਟੰਗ ਦਿੱਤਾ। ਹੁਣ ਹਵਾ 'ਚ ਸਾਰੀ ਕੀੜੀਆਂ ਨੇ ਪਹੁੰਚਣਾ। ਹੁਣ ਇੱਥੇ ਸਾਨੂੰ ਸਿੱਖਿਆ ਕੀ ਮਿਲਦੀ ਹੈ, ਮਹਾਤਮਾ ਜੀ ਸਮਝਾਉਂਦੇ, ਦੇਖੋ ਕੀੜੀ ਜਿੱਥੇ ਨਮਕੀਨ ਰੱਖੋ ਜਾਂ ਮਿੱਠਾ ਰੱਖੋ, ਅਤੇ ਪਹੁੰਚਣਗੀਆਂ। ਉਹ ਦਿਨ ਨਹੀਂ ਵੇਖਦੀਆਂ, ਰਾਤ ਨਹੀਂ ਵੇਖਦੀਆਂ, ਮਿਹਨਤ ਉਹਨਾਂ ਦੀ ਹੈ, ਅਤੇ ਪਹੁੰਚਣਗੀਆਂ। ਸੁਗੰਧ ਆ ਜਾਂਦੀ ਹੈ, ਇੰਨੀ ਸੁੰਘਣ ਸ਼ਕਤੀ ਉਹਨਾਂ ਦੀ ਹੁੰਦੀ ਹੈ, ਜਿੱਥੇ ਵੀ ਰੱਖ ਦਿਓ ਪਹੁੰਚਣਗੀਆਂ। ਤੁਸੀਂ ਅੱਜ ਇੱਦਾਂ ਕਰੋ, ਜਾ ਕੇ ਜਦੋਂ ਸੌਂਦੇ ਹੋ ਨਾ, ਕੋਈ ਖੰਡ ਦਾਣੇ ਜਾ ਕੇ ਛੱਡ ਦਿਓ, 3-4 ਘੰਟੇ ਬਾਅਦ, 2 ਘੰਟੇ, ਕੀੜੀਆਂ ਉੱਤੇ ਆਪੇ ਹੀ ਪਹੁੰਚ ਜਾਣੀਆਂ। ਹੁਣ ਇੱਥੋਂ ਕੀੜੀਆਂ ਸਾਨੂੰ ਕੀ ਗਿਆਨ ਦੇ ਰਹੀਆਂ, ਉਹ ਤਾਂ ਪਹੁੰਚ ਗਈਆਂ। ਖੰਡ ਪਈ ਉੱਥੇ ਪਹੁੰਚ ਗਈਆਂ, ਨਮਕੀਨ ਪਿਆ ਉੱਥੇ ਪਹੁੰਚ ਗਈਆਂ। ਹੁਣ ਸੰਤ ਲੋਕ ਸਮਝਾਉਂਦੇ, ਰਹਿਬਰ ਸਮਝਾਉਂਦੇ ਕਿ ਇਹ ਤਾਂ ਮਿੱਠੇ ਪਦਾਰਥ ਦੀ ਗੱਲ ਹੈ। ਮਿੱਠਾ ਪਦਾਰਥ ਹੋਏਗਾ, ਕੀੜੀਆਂ ਪਹੁੰਚਣਗੀਆਂ, ਹਰ ਹਾਲਤ ਦੇ ਵਿੱਚ ਪਹੁੰਚਣਗੀਆਂ। ਹੁਣ ਇਹ ਮਿੱਠੇ ਪਦਾਰਥਾਂ ਤੋਂ ਵੱਧ ਇੱਕ ਮਿਠਾਸ ਰੱਬ ਦੇ ਕਹਿੰਦੇ ਨਾਵੇਂ ਵਿੱਚ ਵੀ ਹੈ। ਉਹਦਾ ਕੋਈ ਮੇਲ ਹੀ ਨਹੀਂ ਕਰ ਸਕਦਾ। ਰੱਬ ਦੇ ਜੋ ਨਾਮ ਵਿੱਚ ਮਿਠਾਸ ਹੈ, ਨਾ ਤਾਂ ਇਹ ਸ਼ਹਿਦ ਉਹਦੇ ਮਿਲਾਪ ਕਰ ਸਕਦਾ ਹੈ, ਨਾ ਖੰਡ ਮਿਲਾਪ ਕਰ ਸਕਦੀ ਹੈ ਬਰਾਬਰੀ, ਨਾ ਸ਼ੱਕਰ, ਨਾ ਦੁੱਧ, ਨਾ ਗੁੜ। ਸੰਸਾਰ 'ਚ ਕੋਈ ਇਹੋ ਜਿਹਾ ਮਿੱਠਾ ਪਦਾਰਥ ਨਹੀਂ ਜੋ ਰੱਬ ਦੇ ਨਾਮ ਦੀ ਬਰਾਬਰੀ ਕਹਿੰਦੇ ਕਰ ਸਕੇ। ਹੁਣ ਕੀੜੀਆਂ ਮਿੱਠੇ ਵੱਲ ਦੌੜਦੀਆਂ, ਨਮਕੀਨ ਵੱਲ ਦੌੜਦੀਆਂ, ਅਤੇ ਪਿਆਰੇ ਤੂੰ ਵੀ ਗਿਆਨ ਲੈ, ਤੂੰ ਵੀ ਜਿੱਧਰ ਰੱਬ ਦਾ ਨਾਵਾਂ ਗੂੰਜਦਾ ਹੈ ਨਾ, ਉਹਦੀ ਸਿਫਤ ਸਲਾਹ ਹੁੰਦੀ ਹੈ, ਉਹ ਸਤਸੰਗ ਹੁੰਦਾ ਹੈ, ਮਹਿਮਾ ਹੁੰਦੀ ਹੈ, ਕਿ ਤੂੰ ਵੀ ਨਾਮ ਮਿਠਾਸ ਵਿੱਚ ਰੰਗਿਆ ਜਾਵੇ, ਉਹ ਰਸ ਵਿੱਚ ਰਸਿਆ ਜਾਵੇ, ਉਹ ਬੰਦਗੀ ਵਿੱਚ ਰੰਗਿਆ ਜਾਵੇ। ਤੂੰ ਵੀ ਜਾ ਕੇ ਇਹੋ ਜਿਹੀ ਖੋਜ ਪੜਤਾਲ ਕਰ ਕਿ ਕਿੱਧਰੋਂ ਹੋ ਕੇ ਆ ਰਹੇ ਰੱਬ ਦੇ ਨਾਮੇ ਦੇ, ਕਿੱਥੇ ਉਹਦੀ ਸਿਫਤ ਸਲਾਹ ਹੁੰਦੀ ਹੈ, ਤੂੰ ਵੀ ਉੱਥੇ ਪਹੁੰਚ ਕੀੜੀਆਂ ਦੀ ਤਰ੍ਹਾਂ। ਬੰਦਾ ਦੇਖੋ ਤੁਹਾਡੇ ਸਾਹਮਣੇ ਹੀ ਹੈ, ਕੋਈ ਝੂਠ ਦੀ ਗੱਲ ਤਾਂ ਹੈ ਹੀ ਨਹੀਂ ਗੀ। ਕਿੱਥੇ ਤੱਕ ਆਵਾਜ਼ ਜਾਂਦੀ ਹੋਏਗੀ, ਬੜੀ ਦੂਰ ਤੱਕ ਆਵਾਜ਼ ਜਾਂਦੀ ਹੈ ਆਪਣੀ। ਅਤੇ ਹਾਜ਼ਰ ਕਿੰਨੇ ਜੀਵ ਹੁੰਦੇ ਹੈ, ਉਹੀ ਰੱਬ ਦੇ ਪਿਆਰੇ ਘਰ ਦੇ ਸੇਵਾਦਾਰ, ਸ਼ਰਧਾ ਰੱਖਦੇ ਹੈ, ਵਿਸ਼ਵਾਸ ਰੱਖਦੇ ਹੈ, ਉਹੀ ਹਾਜ਼ਰ ਹੁੰਦੇ ਹੈ। ਨਹੀਂ ਤਾਂ ਜੇ ਲੋਕਾਂ ਦੀ ਗੱਲ ਕਰੀਏ, ਲੋਕੀ ਤਾਂ ਬਹੁਤ ਹੈ,
ਰੱਬ ਦੇ ਬੰਦੇ ਦਾ ਨਗਰ ਅੰਦਰ ਬਹੁਤ ਹੈ। ਲੈ ਵੀ ਰੱਬ ਦੇ ਨਾਮ ਦਾ ਸਤਸੰਗ ਹੋ ਰਿਹਾ ਹੈ, ਉਹ ਗੁਰੂ ਦੇ ਗਿਆਨ ਦੇ ਪ੍ਰਕਾਸ਼ ਹੋ ਰਹੇ ਹੈ, ਉਹ ਮਿਠਾਸ ਤੋਂ ਵੰਡਿਆ ਜਾ ਰਿਹਾ ਹੈ। ਇਹ ਮਿਠਾਸ ਹੀ ਹੈ, ਗਿਆਨ ਹੀ ਹੈ। ਹੁਣ ਜਿਹੜੀ ਮਿਠਾਸ ਰੱਬ ਦੇ ਨਾਮ ਵਿੱਚ ਹੈ, ਉਹ ਕਹਿੰਦੇ ਕਿਤੇ ਹੈ ਹੀ ਨਹੀਂ। ਹੁਣ ਬੰਦਾ ਵੀ ਇੱਥੇ ਕੀੜੀ ਬਣੇ ਤਾਂ ਵੀ ਮਿਠਾਸ ਨੂੰ ਚੱਖਣਾ ਕਰੇ ਇੱਥੇ ਆ ਕੇ। ਹੁਣ ਇਹ ਵੀ ਇੱਕ ਬੰਦਗੀ ਹੈ, ਇਹ ਬੰਦਗੀ ਤੋਂ ਘੱਟ ਨਹੀਂ ਹੈ। ਸੱਸ ਵਿੱਚ ਚੌਂਕੜਾ ਮਾਰ ਕੇ ਬਹਿਣਾ, ਮਨ ਮਾਰ ਕੇ ਆਉਣਾ, ਬੰਦਗੀ ਹੈ, ਭਗਤੀ ਹੈ। ਹੁਣ ਸਾਨੂੰ ਪਿਆਰੇ ਕਹਿ ਦਿੰਦੇ, ਲੈ ਭਾਈ ਤੁਸੀਂ ਮੰਦਰ 'ਤੇ ਪਹੁੰਚੋ, ਸਪੀਕਰ ਲਾਓ, ਆਪਾਂ ਹੁਣੇ ਹੀ ਆਏ। ਭਾਈ ਸਾਹਿਬ ਤੁਸੀਂ ਮੰਦਰ ਸਪੀਕਰ ਲਾਓਗੇ, ਇੱਧਰੋਂ ਸਪੀਕਰ ਵੱਜੇਗਾ, ਉੱਧਰੋਂ ਆਪਾਂ ਤੁਰ ਕੇ ਕਹਿੰਦੇ ਆ ਜਾਣਾ। ਸਾਡੀ ਜੋ ਵਡੇਰੀ ਉਮਰ ਦੇ ਹੈ, ਉਹਨਾਂ ਨੇ ਵੀ ਸਹਿਣਾ ਕਹਿਣਾ ਕੀਤਾ, ਜੋ ਛੋਟੀ ਉਮਰ ਦੇ ਉਹ ਵੀ ਕਹਿਣ ਲੱਗੇ ਤੁਸੀਂ ਸਪੀਕਰ ਲਾਓ, ਸਾਡੀ ਹਾਜ਼ਰੀ ਪੱਕੀ ਹੈ, ਅੱਜ ਨਹੀਂ ਕੱਲ੍ਹ ਪੱਕੀ ਹਾਜ਼ਰੀ ਹੈ। ਕਈਆਂ ਨੇ ਸਾਨੂੰ ਕਿਹਾ, ਪਰ ਅੱਜ ਤੱਕ ਕੋਈ ਬੌੜਿਆ ਹੀ ਨਹੀਂ, ਅੱਜ ਤੱਕ ਕੋਈ ਵੀ ਨਹੀਂ ਬੌੜਿਆ। ਅੱਜ ਕੱਲ੍ਹ ਨਹੀਂ ਭਾਈ, ਅੱਜ ਗਰਮੀ ਹੈ, ਮੈਂ ਸਰਦੀਆਂ ਵਿੱਚ ਆਇਆ ਕਰੂੰ ਪੱਕਾ। ਸਰਦੀਆਂ ਆਉਣ ਦੇ ਆਪਾਂ ਤੁਹਾਡੇ ਸੰਗ ਹੀ ਹਾਂ, ਜਿੰਨਾ ਚਿਰ ਤੁਸੀਂ ਉਦੋਂ ਉੱਠਦੇ ਨਹੀਂ ਆਪਾਂ ਉੱਥੇ ਬੈਠੇ ਰਹਿਣਾ। ਸਰਦੀਆਂ ਆਉਣ ਦਿਓ, ਜੇ ਸਰਦੀਆਂ ਆਉਂਦੀਆਂ ਫਿਰ ਕਹਿੰਦੇ ਭਾਈ ਗਰਮੀਆਂ ਆਉਣ ਦਿਓ, ਆਪਾਂ ਤੁਹਾਡੇ ਨਾਲ ਹੀ ਹਾਂ, ਤੁਸੀਂ ਸਪੀਕਰ ਲਾਓਗੇ ਆਪਾਂ ਉੱਥੇ ਹਾਜ਼ਰ। ਅਤੇ ਅੱਜ ਤੱਕ ਕੋਈ ਬੌੜਿਆ ਹੀ ਨਹੀਂ, ਕਿਉਂਕਿ ਨਾਮ ਰਸ ਲੈਣਾ ਚਾਹੁੰਦਾ ਹੀ ਨਹੀਂਗਾ। ਬੰਦਗੀ ਰਸ ਲੈਣਾ ਚਾਹੁੰਦਾ ਨਹੀਂ। ਇੱਕ ਬੰਦਗੀ ਹੈ ਭਾਈ, ਮਨ ਮਾਰ ਕੇ ਆਉਣਾ, ਆਪਣੇ ਆਪ ਨੂੰ ਜਗਾਉਣਾ, ਬੰਦਗੀ ਦੇ ਘੱਟ ਨਹੀਂ ਹੈ। ਸੋ ਕਹਿੰਦੇ ਭਾਈ ਗਿਆਨ ਲੈ ਕੀੜੀਆਂ ਤੋਂ, ਮਿੱਠਾ ਰੱਖਿਆ ਹੋਇਆ ਨਮਕੀਨ ਰੱਖਿਆ ਦੌੜੀਆਂ ਜਾਂਦੀਆਂ ਹੈ, ਅਤੇ ਤੂੰ ਵੀ ਦੌੜਾ ਹੀ ਆ। ਜਿੱਥੇ ਉਹਦੇ ਨਾਮ ਦੀ ਵਡਿਆਈ ਹੁੰਦੀ ਹੈ, ਸਿਫਤ ਹੁੰਦੀ ਹੈ, ਤੂੰ ਵੀ ਇਹ ਗਿਆਨ ਹਾਸਲ ਕਰ ਕੀੜੀਆਂ ਤੋਂ, ਤੂੰ ਵੀ ਉਧਰ ਤਾਂਗ ਰੱਖ, ਉਹਦੇ ਨਾਮ ਦੀ ਮਿਠਾਸ ਚੱਕ, ਬੰਦਗੀ ਕਰ, ਤਾਂ ਜੋ ਆਉਣ ਵਾਲਾ ਕੱਲ੍ਹ ਤੇਰਾ ਚੰਗਾ ਹੋਵੇ, ਮੰਦਾ ਨਾ ਹੋਵੇ। ਦੇਖੋ ਕਿੱਡਾ ਵੱਡਾ ਗਿਆਨ ਸਾਨੂੰ ਕੀੜੀਆਂ ਦੇ ਰਹੀਆਂ, ਅਤੇ ਬੰਦਾ ਇੱਦਾਂ ਕਰਦਾ ਨਹੀਂ ਹੈ। ਰੱਬ ਦੇ ਨਾਮ ਦੀ ਬੰਦਗੀ ਹੁੰਦੀ ਹੈ, ਸਿਫਤ ਹੁੰਦੀ ਹੈ, ਸਲਾਹ ਹੁੰਦੀ ਹੈ, ਅਤੇ ਪਹੁੰਚਣ ਵਾਲੇ ਚੰਦ ਹੀ ਹੁੰਦੇ ਆ, ਸਾਰੇ ਨਹੀਂ ਪਹੁੰਚਦੇ। ਹੁਣ ਇਹਦੇ ਨਾਲ ਤਾਂ ਫਿਰ ਕੀੜੀਆਂ ਚੰਗੀਆਂ ਭਾਈ, ਗੱਲ ਵਿਚਾਰ ਕਰਨ ਦੀ, ਬੰਦੇ ਨਾਲ ਕੀੜੀਆਂ ਚੰਗੀਆਂ ਹੋਈਆਂ ਨਾ। ਜਿੱਥੇ ਮਿੱਠਾ ਰੱਖੋ, ਨਮਕੀਨ ਰੱਖੋ, ਪਹੁੰਚਣਗੀਆਂ, ਹਰ ਹਾਲਤ ਵਿੱਚ ਪਹੁੰਚਣਗੀਆਂ। ਭਾਵੇਂ ਕੰਧ ਪਾਰ ਕਰਕੇ ਨਾ ਜਾਣਾ ਪਵੇ, ਕੁਮੰਜੀ ਪਾਰ ਕਰਕੇ ਨਾ ਜਾਣਾ ਪਵੇ, ਜੋ ਵੀ ਰਾਜ ਪਦਾਰਥ ਹੋਏਗਾ ਨਾ, ਟੇਬਲ ਕੁਰਸੀ, ਉਹਨੂੰ ਪਾਰ ਕਰਕੇ ਪਹੁੰਚਣਗੀਆਂ ਉੱਥੇ। ਪਰ ਬੰਦੇ ਦੀ ਸੋਚ ਇਹੋ ਜਿਹੀ ਨਹੀਂ ਹੈ। ਵਿਕਾਰਾਂ ਨੂੰ, ਬੁਰਾਈਆਂ ਨੂੰ ਪਾਰ ਕਰਕੇ ਜਾਣਾ ਚਾਹੁੰਦਾ ਨਹੀਂ, ਉਹ ਨਾਮ ਰਸ ਵਿੱਚ ਰੰਗਣਾ ਚਾਹੁੰਦਾ ਨਹੀਂ ਆਪਣੇ ਆਪ ਨੂੰ। ਸੋ ਕਿੱਡਾ ਵੱਡਾ ਗਿਆਨ ਦੇਖੋ ਕੀੜੀਆਂ ਦੇ ਰਹੀਆਂ। ਸਮਾਂ ਕਾਫੀ ਹੋ ਰਿਹਾ ਜਾ ਰਿਹਾ। ਸੋ ਅੱਗੇ ਲਾਸਟ ਪੁੱਛਣਾ ਵਿੱਚ ਆਉਂਦੇ ਆ ਕਿ ਕੀੜੀਆਂ ਸਾਨੂੰ ਸਿੱਖਿਆ ਦੇ ਰਹੀ ਹੈ ਕਿ ਵੰਡ ਕੇ ਛਕਣ ਦੀ। ਪਹਿਲਾਂ ਵੀ ਇਹ ਗੱਲ ਆਈ ਹੈ, ਵੰਡ ਕੇ ਛਕਣ ਦੀ। ਉਹ ਕੀੜੀਆਂ ਜੋ ਵੀ ਖਾਂਦੀਆਂ ਪੀਂਦੀਆਂ, ਉਹ ਇਕੱਲੀਆਂ ਨਹੀਂ ਖਾਂਦੀਆਂ, ਉਹ ਰਲ ਮਿਲ ਕੇ ਖਾਂਦੇ ਪੀਂਦੇ ਆ। ਕਿਤੇ ਵੇਖ ਲਿਓ ਇੱਦਾਂ ਕਰਕੇ ਮਿੱਠਾ ਰੱਖਿਓ, ਇਕੱਲੀ ਕੀੜੀ ਕਦੇ ਨਹੀਂ ਖਾਏਗੀ ਪੀਵੇਗੀ, ਹੋਰ ਸਕੀਆਂ ਸਹੇਲੀਆਂ ਨਾਲ ਲੈ ਕੇ ਆਏਗੀ, ਰਲ ਮਿਲ ਕੇ ਉਹ ਛਕਣਗੇ ਭੰਡਾਰੇ। ਇਹੀ ਬੰਦਾ ਗਿਆਨ ਲਵੇ ਕਿ ਕਾਰਜ ਕਰਨਾ ਹੈ ਰਲ ਮਿਲ ਕੇ। ਜਿਨ੍ਹਾਂ ਗੁਰਪ੍ਰੇਮੀ ਆਪ ਦਾ ਨਾਮ ਜਪਿਆ, ਵੰਡ ਕੇ ਛਕਿਆ। ਮਤਲਬ ਜੇ ਨਾਮ ਜਪਦਾ ਉਹ ਵੀ ਵੰਡ ਕੇ ਛਕ ਲੈ ਤਾਂ ਵਧੀਆ ਗੱਲ ਹੈ, ਭਗਤੀ ਹੈ, ਬੰਦਗੀ ਹੈ। ਬੰਦਾ ਕਹੇ ਮੈਂ ਇਕੱਲੇ ਨੇ ਗਿਆਨ ਇਕੱਠਾ ਕਰਨਾ ਹੈ, ਆਪਣੇ ਗਿਆਨ ਦੇ ਨਾਲ ਭਰਨਾ ਹੈ, ਮੈਂ ਨਹੀਂ ਗਿਆ ਕਿ ਸਾਂਝਾ ਕਰਨਾ, ਉਹ ਆ ਗਿਆ ਹੰਕਾਰ, ਮੈਂ ਆ ਗਈ। ਜਿੰਨਾ ਮੈਂ ਗਿਆਨੀ ਹੈ ਉਹਨਾਂ ਕੋਈ ਗਿਆਨੀ ਹੈ ਹੀ ਨਹੀਂ। ਜੇ ਤੇ ਭਾਈ ਗਿਆਨ ਹੈ ਨਾ, ਸਿੱਖਿਆ ਸੋਝੀ ਹੈ, ਅਤੇ ਵੰਡ ਗੁਰੂਆਂ ਨੇ ਵੰਡਾ ਹੈ। ਗੁਰੂਆਂ ਨੇ ਜੋ ਵੀ ਗਿਆਨ ਦੀ ਪ੍ਰਾਪਤੀ ਹੋਈ, ਸਿਮਰਨ ਕਰਦੇ ਭਗਤੀ ਜੋ ਵੀ ਉਹਨਾਂ ਨੂੰ ਮਹਿਸੂਸ ਕੀਤਾ ਹੈ, ਉਹ ਦੁਨੀਆਦਾਰੀ ਨੂੰ ਆਪਣੇ ਸਿੱਖਾਂ ਨੂੰ ਵੰਡ ਦਿੱਤਾ ਹੈ। ਲੈ ਭਾਈ ਤੁਸੀਂ ਵੀ ਅੱਗੇ ਜਾ ਕੇ ਵੰਡ ਦਿਓ। ਗੁਰੂਆਂ ਦੀ ਦੇਖੋ ਬਾਣੀ ਹੈ, ਹਰ ਰੋਜ਼ ਪ੍ਰਕਾਸ਼ ਹੁੰਦੇ ਹੈ, ਉਹ ਵੰਡ ਹੀ ਰਹੇ ਨਾ ਰੱਬ ਦੇ ਪਿਆਰੇ। ਗੁਰੂਆਂ ਦਾ ਗਿਆਨ, ਬ੍ਰਹਮ ਦਾ ਗਿਆਨ, ਅਤੇ ਵੰਡਣ ਵਿੱਚ ਕਹਿੰਦੇ ਭਲਾਈ ਹੈ। ਜਿੰਨਾ ਵੰਡਾਂਗੇ ਉਹ ਵੱਧਦਾ ਹੈ, ਘਟਦਾ ਨਹੀਂ ਹੈ, ਵੱਧਦਾ ਹੈ। ਜੇ ਕੋਈ ਅੰਨ ਦਾ ਭੰਡਾਰਾ ਲੰਗਰ ਵਿੱਚ ਪਾ ਦਿੰਦਾ ਹੈ, ਘਾਟਾ ਨਹੀਂ ਪੈਂਦਾ, ਕਹਿੰਦੇ ਵੱਧਦਾ ਹੈ। ਜੇਕਰ ਧਨ ਕਮਾਇਆ, ਮਿਹਨਤ ਕੀਤੀ, ਕੋਈ 4 ਸਿੱਕੇ ਦਾਨ ਪੁੰਨ ਲਾ ਦਿੰਦਾ ਹੈ, ਵੰਡ ਕੇ ਖਾ ਲੈਂਦਾ ਹੈ, ਉਹ ਘਟਦਾ ਨਹੀਂ ਹੈ, ਵੱਧਦਾ ਹੈ।
ਸੋ ਇਹੋ ਜਿਹੀ ਕਥਾ ਕਹਾਣੀ ਸਾਨੂੰ ਚੇਤੇ ਆ ਰਹੀ ਹੈ। ਪਰ ਸਮਾਂ ਹੋ ਰਿਹਾ ਸਮਝਣ ਵਾਲੇ ਸਮਝਣ ਕਿ ਭਾਈ ਜਿੱਦਾਂ ਕਹਿੰਦੇ ਨੇ ਕਿ ਚਿੜੀ ਹੈ ਉਹ ਸਾਗਰ 'ਚੋਂ ਚੁੰਝ ਭਰ ਲੈਂਦੀ ਪਾਣੀ, ਅਤੇ ਸਾਗਰ ਦਾ ਕੀ ਘਟ ਗਿਆ। ਕਬੀਰਦਾਸ ਸਮਝਾਉਂਦੇ ਹੈ ਜੇ ਕਿ ਚਿੜੀ ਸਾਗਰ ਚੁੰਝ ਭਰ ਲੈਂਦੀ ਹੈ, ਪਿਆਸ ਬੁਝਾ ਲੈਂਦੀ ਹੈ, ਤਾਂ ਸਾਗਰ ਦਾ ਘਟਦਾ ਨਹੀਂ ਹੈ, ਸਾਗਰ ਵਧਿਆ ਦਾ ਵਧਿਆ ਰਹਿੰਦਾ ਹੈ, ਘਟਦਾ ਨਹੀਂ ਹੈ। ਕਿ ਤੁਹਾਡੇ ਵਿੱਚ ਅੰਨ ਹੈ, ਜਲ ਹੈ, ਧਨ ਹੈ, ਜੋ ਕਿ ਵਿਚਾਰਾ ਆ ਵੀ ਜਾਂਦਾ ਹੈ, ਕੋਈ ਦਾਨ ਕਰਦੇ ਹੋ, ਘਟਦਾ ਨਹੀਂ ਗਾ, ਉਹ ਵਧੇਗਾ, ਉਹ ਵਧੇਗਾ। ਕਹਿੰਦੇ ਇਹ ਬੰਦੇ ਤੂੰ ਇੱਕ ਦੇ, ਬੰਦਿਆ ਤੂੰ ਇੱਕ ਦੇ, ਰੱਬ ਤੈਨੂੰ 10 ਕਹਿੰਦੇ ਦੇਵੇਗਾ, ਤੂੰ ਇੱਕ ਦੇ। ਇਹੋ ਜਿਹੀ ਕਥਾ ਕਹਾਣੀਆਂ ਬਹੁਤ ਹੈ। ਸੋ ਇਸ ਕਰਕੇ ਇਹ ਹੁਣ ਬਾਣੀ 'ਚ ਆਪਾਂ ਆਰੰਭ ਕੀਤੇ ਆ, ਪੈਰ ਦਿੱਤੇ ਪਰਮੇਸ਼ਵਰ ਬੰਦਾ ਸਤਸੰਗ ਦੇ ਕਦੇ ਅੰਦਰ ਜਾਵੇ, ਕਿ ਰੱਬ ਦੀ ਬੰਦਗੀ ਯਾਦ ਪ੍ਰਭੂ ਦੇ ਹਿਰਦੇ ਅੰਦਰ ਦਿਲੋਂ ਤੇ ਆਵੇ। ਉਦਮ ਕਰੇ ਤੇ ਮਿੱਠਿਆ ਬੋਲੇ, ਸੱਚ ਧਰਮ ਦੀ ਕਾਰ ਕਮਾਵੇ, ਕਰੇ ਦਿਲੋਂ ਪਰਿਵਾਰ ਪਾਲਣਾ, ਵੰਡ ਕੇ ਛਕੇ ਤੇ ਰਲ ਕੇ ਖਾਵੇ। ਗੁਰੂਆਂ ਦਾ ਸਮਝਾਉਣਾ, ਗੁਰੂ ਗਿਆਨ ਮਹਾਰਾਜ ਦੇ ਆਪ ਸਮਝਾ ਰਹੇ, ਸਿੱਖਿਆ ਦੇ ਰਹੇ। ਇਹ ਤਾਂ ਗੁਰੂ ਸਤਿਗੁਰੂ ਮਹਾਰਾਜ ਸਮਝਾ ਰਹੇ, ਅਤੇ ਕੀੜੀਆਂ ਵੀ ਸਾਨੂੰ ਇਹੀ ਗਿਆਨ ਦੇ ਰਹੀਆਂ, ਭਾਈ ਵੰਡ ਕੇ ਛਕੋ, ਰਲ ਮਿਲ ਕੇ ਛਕੋ। ਇੱਥੇ ਕਹਿੰਦੇ ਆਨੰਦ ਹੈ। ਦੇਖੋ ਕਿੱਡਾ ਵੱਡਾ ਗਿਆਨ ਸਰ ਕੀੜੀਆਂ ਨੇ ਦਿੱਤਾ ਹੈ। ਅਤੇ ਜਿਹਨਾਂ ਕੋਈ ਗਿਆਨ ਹੀ ਹੈ ਨਹੀਂ, ਉਹ ਮੈਂ ਕਹਿੰਦਾ ਆਪਾਂ ਕਹਿੰਦੇ ਕਿ ਉਹ ਕੀੜੀਆਂ ਤੋਂ ਵੀ ਥੱਲੇ ਹੈ ਬੰਦੇ। ਬਾਣੀ 'ਚ ਗੱਲ ਆਉਂਦੀ ਹੈ, ਕੁਝ ਬੰਦੇ ਹੈ ਜੋ ਜਾਨਵਰਾਂ ਦੇ ਬਰਾਬਰ ਹੈ, ਕੋਈ ਇਹੋ ਜਿਹੇ ਬੰਦੇ ਹੈ ਜਾਨਵਰਾਂ ਤੋਂ ਉੱਪਰ ਹੈ, ਕਿਉਂਕਿ ਇਹੋ ਜਿਹੇ ਜਾਨਵਰਾਂ ਤੋਂ ਥੱਲੇ ਵੀ ਹੈ ਬਹੁਤ ਸਾਰੇ ਬੰਦੇ। ਪਸ਼ੂ ਪ੍ਰੇਤ ਮੁਖ ਉਤਾਰੇ, ਤੁਮ ਪਾਹਨ ਪਾਰ ਉਤਾਰੇ। ਹੁਣ ਇੱਥੇ ਗੱਲ ਕਿਹਨਾਂ ਦੀ ਹੈ? ਉਹਨਾਂ ਜਾਨਵਰਾਂ ਦੀ ਹੈ ਜਾਂ ਬੰਦਿਆਂ ਦੀ ਹੈ? ਬੰਦਿਆਂ ਦੀ ਗੱਲ ਕੀਤੀ ਹੈ ਕਿ ਪਸ਼ੂ ਪ੍ਰੇਤ ਮੁਖ ਉਤਾਰੇ, ਮੂਰਖ, ਮੂਰਖ ਨੇ ਮੂਰਖ ਨੂੰ, ਤੁਮ ਪਾਹਨ ਪਾਰ ਉਤਾਰੇ। ਪਾਹਨ ਪਾਰ ਪੱਥਰਾਂ ਦੇ ਪਾਰ ਉਤਾਰੇ ਨਹੀਂ ਕੀਤੇ। ਇੱਥੇ ਜਿਹੜੇ ਬੰਦੇ ਪੱਥਰ ਵਾਂਗ ਬਣੇ ਹੋਏ ਸੀ, ਉਹਨਾਂ ਦੇ ਪਾਰ ਉਤਾਰੇ ਵੀ ਕੀਤੇ। ਉਹਨਾਂ ਅੰਦਰ ਦਇਆ ਭਰ ਕੇ, ਜੋ ਪੱਥਰ ਦੇ ਇਨਸਾਨ ਸੀ, ਅੰਦਰ ਦਇਆ ਨਹੀਂ ਸੀ। ਇਹਦੇ ਪੱਥਰ ਦੇ ਲੈ ਭਾਈ, ਇਹ ਤਾਂ ਦਇਆ ਹੈ ਨਹੀਂ, ਤਰਸ ਹੈ ਨਹੀਂ। ਪੱਥਰ ਦੇ ਇਨਸਾਨ ਦੇ ਦਇਆ ਭਰ ਕੇ ਗੁਰੂਆਂ ਨੇ ਪਾਰ ਉਤਾਰੇ ਕਰ ਦਿੱਤੇ ਹੈ। ਪਸ਼ੂ ਪ੍ਰੇਤ ਮੂਰਖ ਉਤਾਰੇ, ਤੁਮ ਪਾਹਨ ਪਾਰ ਉਤਾਰੇ। ਸੋ ਇਹ ਗੱਲ ਆਉਂਦੀ ਹੈ ਬਾਣੀ ਅੰਦਰ, ਕੋਈ ਆਦਮੀ ਹੈ ਪਸ਼ੂਆਂ ਦੇ ਬਰਾਬਰ ਵੀ ਹੈ, ਪਸ਼ੂਆਂ ਤੋਂ ਉੱਪਰ ਵੀ ਹੈ, ਅਤੇ ਪਸ਼ੂਆਂ ਤੋਂ ਥੱਲੇ ਡਿੱਗੇ ਹੋਏ ਵੀ ਹੈ। ਜਿਹਨਾਂ ਅੰਦਰ ਕੀੜੀ ਵਾਲੇ ਗੁਣ ਹੈ ਨਹੀਂ, ਤਾਂ ਆਪਾਂ ਕਹਿੰਦੇ ਵੀ ਕੀੜੀਆਂ ਚੰਗੀਆਂ ਬੰਦੇ ਨਾਲ। ਫਿਰ ਸੋ ਇੱਥੇ ਹੀ ਰਸਨਾਮ ਦਿੰਦੇ ਆ ਵਿਸ਼ਰਾਮ ਮਹਾਰਾਜ ਇੰਨੀ ਹੈ ਕਿ ਹਾਜ਼ਰ ਦਰ ਪ੍ਰਵਾਨ ਕਰੇ, ਕਮੀਆਂ ਤਰੋਟੀਆਂ ਦਾਤਾ ਜੀ ਆਪ ਭਰਨਾ ਕਰੇ। ਜੋ ਗੁਰੂ ਦਾਸਾਂ ਅੰਦਰ ਕਮੀਆਂ ਤਰੋਟੀਆਂ ਦਾਤਾ ਜੀ ਆਪ ਭਰਨਾ ਕਰੇ, ਨਿਖਾਰ ਨਾ ਕਰੇ, ਸਵਾਰ ਨਾ ਕਰੇ। ਸਭ ਜੀਵਾਂ ਨੂੰ ਗਿਆਨ ਬਖਸ਼ ਕਰੇ ਦਾਤਾ ਜੀ, ਸਭ ਜੀਵਾਂ ਨੂੰ ਧਰਮ ਮਾਨ ਬਖਸ਼ ਕਰੇ, ਨਾਮ ਸਿਮਰਨ ਦੇ ਭੰਡਾਰੇ ਬਖਸ਼ ਕਰੇ, ਸਭ ਜੀਵਾਂ ਨੂੰ ਦਰਸ਼ਨ ਦਾਰੇ ਬਖਸ਼ ਕਰੇ। ਸੋ ਆਓ ਰਲ ਮਿਲ ਕੇ ਫਤਿਹ ਬੁਲਾਈਏ। ਜੋ ਬੋਲੇ ਸੋ ਨਿਪਟੈ ਅਜ਼ਰ ਮਤਿ ਕਾਲਦਰਸ਼ੀ, ਸ੍ਰਿਸ਼ਟੀ ਕਰਤਾ ਵਾਲਮੀਕ ਦਇਆਵਾਨ ਜੀ ਕੀ ਜੈ।